सत श्री अकाल, स्वागत है। गौरव शुक्ला मैं हां तुहाडे नाल। बुलेटिन दा आगाज करांगे। सब तो पहला गल प्रदूषण के मसले की हाई सुप्रीम कोर्ट दे विच सुनवाई है ते लगातार तलख टिप्पणियां सुप्रीम कोर्ट दे वल्लों कीतीआं जा रहीआं ने। शुरुआत इस खबर दे नाल ही दिल्ली एनसीआर प्रदूषण मामले दे उत्ते सुप्रीम कोर्ट दे विच अहम सुनवाई हुई ते पराली दे मुद्दे दे उत्ते जस्टिस सूर्यकांत दे वल्लों एक बार मुड़ तो तलख टिप्पणी कीती गई ते उन्होंने तलख टिप्पणी करते हुए कहा कि 5 स्टार होटलों के बैठ के किसानों को दोष देना, किसानों को कसूरवार दसना, उन्होंने पराली नूं धुएं की प्रदूषण की वजह दस देना आसान है। पराली क्यों सड़नी पैंदी है पता करो जाके कि आखिर किसान क्यों पराली नूं अग लगा रहा है। तुसीं किसानों को मशीनां मुहैया करवाउण दी समर्था रखते हो। अक्तूबर नवंबर महीने दे विच दिल्ली दा दम घुटिया जांदा है। केंद्र ते दिल्ली सरकार पूरा साल की करदे ने? ਤਾਂ ਇਹ तलख टिप्पणियां सवाल केंद्र की सरकार ਨੂੰ ਵੀ ਤੇ ਦਿੱਲੀ ਸਰਕਾਰ ਨੂੰ ਵੀ ਤੇ ਇਹ ਵੀ ਕਿਹਾ ਕਿ ਬਹੁਤ ਹੋ ਗਿਆ, ਤੁਸੀਂ ਲੋਕ ਸੰਜੀਦਾ ਕਦੋਂ ਹੋਵੋਗੇ। ਸਾਡਾ ਧਿਆਨ ਪ੍ਰਦੂਸ਼ਣ ਘੱਟ ਕਰਨ ਦੇ ਉੱਤੇ ਆ। ਅਸੀਂ ਕਿਸਾਨਾਂ ਨੂੰ ਸਜ਼ਾ ਦੇਣਾ ਜਾਂ ਪਰੇਸ਼ਾਨ ਕਰਨਾ ਨਹੀਂ ਚਾਹੁੰਦੇ। ਇਹ ਸੀਜੀਆਈ ਦੇ ਵੱਲੋਂ ਕਿਹਾ ਗਿਆ ਹੈ। ਦਰਅਸਲ ਦਿੱਲੀ ਸਰਕਾਰ ਦੇ ਵੱਲੋਂ ਪੇਸ਼ ਹੋਏ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕੋਰਟ ਦੇ ਵਿੱਚ ਕਿਹਾ ਕਿ ਪਰਾਲੀ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪਰਾਲੀ ਸੜਨ ਦੀ ਸਮੱਸਿਆ ਨੂੰ ਘੱਟ ਕਰਕੇ ਦੇਖਣਾ ਨੁਕਸਾਨਦਾਇਕ ਹੈ, ਜਿਸ ਤੇ ਚੀਫ ਜਸਟਿਸ ਨੇ ਕਿਹਾ ਕਿ ਅਸੀਂ ਸਿਰਫ ਇਹ ਕਿਹਾ ਕਿ ਕਿਸਾਨਾਂ ਨੂੰ ਸਜ਼ਾ ਨਾ ਦਿਓ। ਤਾਂ ਪਰਾਲੀ ਦੇ ਮੁੱਦੇ ਦੇ ਉੱਤੇ ਲਗਾਤਾਰ ਘਮਸਾਨ ਜਾਰੀ ਹੈ, ਸਿਆਸਤ ਖੂਬ ਹੋ ਰਹੀ ਹੈ, ਪਰ ਸਵਾਲ ਇਹ ਹੈ ਕਿ ਆਖਿਰ ਕੀ ਵਾਕਈ ਪਰਾਲੀ ਦੀ ਵਜ੍ਹਾ ਦੇ ਨਾਲ ਹੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਹੋ ਗਿਆ? ਜੇ ਵਾਕਈ ਪਰਾਲੀ ਦੀ ਵਜ੍ਹਾ ਨਾਲ ਦਿੱਲੀ 'ਚ ਪ੍ਰਦੂਸ਼ਣ ਹੁੰਦਾ ਹੈ ਤਾਂ ਫਿਰ ਉਹ ਪੰਜਾਬ ਦੇ ਵਿੱਚ ਹਰਿਆਣਾ 'ਚ ਅਸਰ ਕਿਉਂ ਨਹੀਂ ਨਜ਼ਰ ਆਉਂਦਾ? ਖੈਰ, ਜੇ ਸਿਰਫ ਪਰਾਲੀ ਦੀ ਵਜ੍ਹਾ ਹੈ ਫਿਰ ਐਫੀਡੇਵਿਟ ਕੁਝ ਵੱਖਰਾ ਕਿਉਂ ਕਹਿੰਦੇ ਨੇ? ਕਿਉਂਕਿ ਜੋ ਐਫੀਡੇਵਿਟ ਦਿੱਤਾ ਗਿਆ, ਹਲਫਨਾਮਾ ਦਿੱਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ, ਉਸ ਦੇ ਵਿੱਚ ਕਿਹਾ ਗਿਆ ਕਿ ਸਿਰਫ 4% ਹੀ ਜਿਹੜਾ ਪ੍ਰਦੂਸ਼ਣ ਹੈ ਉਹ ਪਰਾਲੀ ਦੀ ਵਜ੍ਹਾ ਦੇ ਨਾਲ ਹੁੰਦਾ ਹੈ। ਖੈਰ, ਸੁਪਰੀਮ ਕੋਰਟ ਤਲਖ ਟਿੱਪਣੀਆਂ ਕਰ ਰਿਹਾ ਹੈ। ਜਸਟਿਸ ਸੂਰਯਕਾਂਤ ਕਹਿੰਦੇ ਨੇ ਕਿ ਤੁਸੀਂ 5 ਸਟਾਰ ਹੋਟਲਾਂ ਦੇ ਵਿੱਚ ਬੈਠ ਕੇ, ਏਸੀ ਕਮਰਿਆਂ ਦੇ ਵਿੱਚ ਬੈਠ ਕੇ ਕਿਸਾਨਾਂ ਨੂੰ ਇਲਜ਼ਾਮ ਨਾ ਦਿਓ, ਉਹਨਾਂ ਦੇ ਉੱਤੇ ਦੋਸ਼ ਨਾ ਮੜੋ ਕਿ ਇਹਨਾਂ ਦੀ ਵਜ੍ਹਾ ਦੇ ਨਾਲ ਜਿਹੜਾ ਧੂਆਂ ਹੋ ਰਿਹਾ ਜਾਂ ਇਹਨਾਂ ਦੀ ਵਜ੍ਹਾ ਨਾਲ ਦਿੱਲੀ ਦਾ ਦਮ ਘੁੱਟ ਰਿਹਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜਾਓ ਜ਼ਮੀਨੀ ਪੱਧਰ ਦੇ ਉੱਤੇ ਪਤਾ ਕਰੋ ਕਿ ਕਿਸਾਨਾਂ ਨੂੰ ਆਖਿਰ ਪਰਾਲੀ ਨੂੰ ਅੱਗ ਲਗਾਉਣੀ ਕਿਉਂ ਪੈ ਰਹੀ ਹੈ। ਇੱਕ ਸੰਕੇਤ ਸਾਫ਼ ਹੈ ਕਿ ਸੁਪਰੀਮ ਕੋਰਟ ਇਹ ਸਮਝ ਰਹੇ ਨੇ ਕਿ ਕੋਈ ਵੀ ਆਪਣੀ ਇੱਛਾ ਦੇ ਮੁਤਾबिक ਜਾਂ ਕਹੀਏ ਕਿ ਖੁਸ਼ੀ ਦੇ ਨਾਲ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ। ਕਿਸਾਨ ਲਗਾਤਾਰ ਇਹ ਜ਼ਿਕਰ ਕਰਦੇ ਨੇ ਕਿ ਅਸੀਂ ਨਹੀਂ ਲਗਾਣੀ ਪਰਾਲੀ ਨੂੰ ਅੱਗ, ਸਾਨੂੰ ਹੱਲ ਦੇ ਦਿਓ, ਅਸੀਂ ਨਹੀਂ ਲਗਾਵਾਂਗੇ। ਤਾਂ ਉਹੀ ਮੁੱਦਾ ਸੁਪਰੀਮ ਕੋਰਟ ਦੇ ਵਿੱਚ ਵੀ ਉੱਠਿਆ ਹੈ। तो यह भी तुहानूं दस दें कि आखिर की कुछ निर्देश दिते गए हैं। उधर हवा गुणवत्ता प्रबंधन कमिशन की अहम बैठक जी हुई है, जिस दे विच एयर क्वालिटी इंडैक्स जो माप हुंदा है कि आखिर कितना प्रदूषण है, वो खतरनाक है नहीं है, तो उसनूं लैके जिहड़े आदेश दिते जांदे ने वो भी तुहानूं दसदे हां। एयर क्वालिटी इंडैक्स के लिए 10 कदम चुके जा रहे हैं, हिदायतां दित्तियां गईयां ने। पहला पॉइंट एक करके तुहाडी टीवी स्क्रीन के उत्ते आ रहे हैं। एनसीआर ਦੇ ਵਿੱਚ ਸਾਰੇ ਸਿੱਖਿਆ ਅਦਾਰੇ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ, ਉਹ ਚਾਹੇ ਦਿੱਲੀ ਹੋਵੇ, ਨੋਇਡਾ ਹੋਵੇ, ਗੁੜਗਾਉਂ ਹੋਵੇ ਤੇ ਉਸ ਤੋਂ ਬਾਅਦ ਜਿਹੜੇ ਹੋਰ ਐਨਸੀਆਰ ਦੇ ਹਿੱਸੇ ਆਉਂਦੇ ਨੇ। ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਹ ਵੀ ਕਿਹਾ ਗਿਆ ਕਿ ਸਿਰਫ ਆਨਲਾਈਨ ਕਲਾਸਿਸ ਹੀ ਲੱਗਣਗੀਆਂ, ਫਿਲਹਾਲ ਸਕੂਲ ਬੰਦ ਰਹਿਣਗੇ। ਐਨਸੀਆਰ ਦੇ ਵਿੱਚ ਘੱਟੋ ਘੱਟ 50% ਸਰਕਾਰੀ ਮੁਲਾਜ਼ਮਾਂ ਨੂੰ ਘਰ ਤੋਂ ਕੰਮ ਕਰਨ ਨੂੰ ਕਿਹਾ ਜਾਵੇਗਾ। ਨਿੱਜੀ ਅਦਾਰਿਆਂ ਨੂੰ 21 ਨਵੰਬਰ ਤੱਕ ਅਜਿਹਾ ਕਰਨ ਦੇ ਲਈ ਕਿਹਾ ਗਿਆ ਹੈ। ਤੇ ਪੁਆਇੰਟ ਨੰਬਰ 3 ਹੈ ਕਿ ਗੈਰ ਜ਼ਰੂਰੀ ਸਮਾਨ ਦੀ ਢੋਆ ਢੁਆਈ ਵਾਲੇ ਟਰੱਕਾਂ ਦੀ ਦਿੱਲੀ ਐਨਸੀਆਰ ਦੇ ਵਿੱਚ ਐਂਟਰੀ ਬੰਦ ਹੋਏਗੀ। ਦਿੱਲੀ ਐਨਸੀਆਰ ਦੇ ਵਿੱਚ ਡੀਜ਼ਲ ਜਨਰੇਟਰ ਤੇ ਵੀ ਰੋਕ ਰਹੇਗੀ। ਰੇਲਵੇ, ਮੈਟਰੋ, ਹਵਾਈ ਅੱਡੇ, ਰਾਸ਼ਟਰੀ ਸੁਰੱਖਿਆ ਨੂੰ ਛੱਡ ਕੇ ਬਾਕੀ ਸਾਰੇ ਨਿਰਮਾਣ ਕੰਮਾਂ ਦੇ ਉੱਤੇ ਰੋਕ ਰਹੇਗੀ। ਸੜਕ ਦੇ ਉੱਤੇ ਨਿਰਮਾਣ ਸਮੱਗਰੀ ਢੇਰ ਕਰਨ ਵਾਲੇ ਵਿਅਕਤੀਆਂ, ਸੰਗਠਨਾਂ ਦੇ ਉੱਤੇ ਜੁਰਮਾਨਾ ਲਗਾਇਆ ਜਾਵੇਗਾ। ਵੱਧ ਤੋਂ ਵੱਧ ਗਿਣਤੀ ਦੇ ਵਿੱਚ ਵਾਟਰ ਸਪ੍ਰਿੰਕਲਰ ਲਗਾਏ ਜਾਣਗੇ, ਐਂਟੀ ਸਮੋਗ ਗਨ ਲਗਾਏ ਜਾਣਗੇ, ਜਿਸ ਦੇ ਨਾਲ ਪ੍ਰਦੂਸ਼ਣ ਜੋ ਹੈ ਉਸ ਨੂੰ ਘੱਟ ਕੀਤਾ ਜਾ ਸਕੇ। ਫਿਊਲ ਇੰਧਨ ਦੀ ਵਰਤੋਂ ਵਾਲੇ ਉਦਯੋਗਾਂ ਨੂੰ ਕੇਵਲ ਉਦੋਂ ਹੀ ਚੱਲਣ ਦੀ ਮਨਜ਼ੂਰੀ ਹੋਵੇਗੀ ਜਦੋਂ ਗੈਸ ਦੀ ਵਰਤੋਂ ਕਰਨਗੇ। ਤੇ 9ਵਾਂ ਪੁਆਇੰਟ ਹੈ, ਦਿੱਲੀ ਦੇ 300 ਕਿਲੋਮੀਟਰ ਦੇ ਦਾਇਰੇ ਦੇ ਵਿੱਚ 11 ਥਰਮਲ ਪਲਾਂਟਾਂ ਦੇ ਵਿੱਚੋਂ 6 'ਚ 30 ਨਵੰਬਰ ਤੱਕ ਕੰਮ ਬੰਦ ਕਰਨਾ ਹੋਵੇਗਾ। ਤੇ ਇਹ ਵੱਡੀ ਖਬਰ ਹੈ। 300 ਕਿਲੋਮੀਟਰ ਦਾ ਏਰੀਆ ਬਹੁਤ ਵੱਡਾ ਹੋ ਜਾਂਦਾ ਹੈ। ਦਿੱਲੀ ਐਨਸੀਆਰ ਦਾ ਜੇਕਰ ਦੇਖਿਆ ਜਾਵੇ ਤਾਂ ਉਹ ਪੰਜਾਬ ਤੱਕ ਵੀ ਪਹੁੰਚ ਜਾਏਗਾ, ਯਾਨੀ ਕਿ ਜਿਹੜਾ ਰਾਜਪੁਰਾ ਥਰਮਲ ਪਲਾਂਟ ਹੈ ਉਹ ਵੀ ਉਸ ਦੀ ਜਦ ਦੇ ਵਿੱਚ ਆਏਗਾ ਜੇ 300 ਕਿਲੋਮੀਟਰ ਦੇ ਉੱਤੇ ਇੰਪਲੀਮੈਂਟ ਕੀਤਾ ਜਾਂਦਾ ਹੈ। 11 ਥਰਮਲ ਪਲਾਂਟ ਨੇ 300 ਕਿਲੋਮੀਟਰ ਦੇ ਦਾਇਰੇ 'ਚ, ਤੇ ਉਹਨਾਂ ਦੇ ਵਿੱਚੋਂ 30 ਨਵੰਬਰ ਤੱਕ ਕੰਮ ਉਹਨਾਂ ਨੂੰ ਬੰਦ ਕਰਨਾ ਹੋਏਗਾ। 10 ਸਾਲ ਤੋਂ ਪੁਰਾਣੇ ਡੀਜ਼ਲ, 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨ ਸੜਕਾਂ ਦੇ ਉੱਤੇ ਨਹੀਂ ਆ ਸਕਣਗੇ। ਇਹ ਦਿੱਲੀ ਐਨਸੀਆਰ ਦੇ ਵਿੱਚ ਫੈਸਲਾ ਲਿਆ ਗਿਆ।
ਤਾਂ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਵਕੀਲ ਦੇ ਵੱਲੋਂ ਵੀ ਜਵਾਬ ਦਿੱਤਾ ਗਿਆ, ਪੰਜਾਬ ਸਰਕਾਰ ਦਾ ਵੀ ਪੱਖ ਰੱਖਿਆ ਗਿਆ। ਉਹ ਵੀ ਤੁਹਾਨੂੰ ਦੱਸਦੇ ਆ, ਇਹ ਵੀ ਵੱਡੀ ਖਬਰ ਹੈ ਇਸ ਪੂਰੇ ਮਾਮਲੇ ਦੇ ਨਾਲ ਜੁੜੀ ਹੋਈ, ਕਿਉਂਕਿ ਜਦੋਂ ਪਰਾਲੀ ਦਾ ਜ਼ਿਕਰ ਹੁੰਦਾ ਤਾਂ ਫਿਰ ਪੰਜਾਬ ਦੇ ਵੱਲ ਉਂਗਲ ਉੱਠਦੀ ਹੈ ਜਾਂ ਹਰਿਆਣਾ ਵੱਲ, ਖਾਸ ਤੌਰ ਤੇ ਪੰਜਾਬ ਵਾਲੇ ਪਾਸੇ। ਤਾਂ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਵਕੀਲ ਨੇ ਜਵਾਬ ਦਿੱਤਾ ਹੈ ਤੇ ਕਿਹਾ ਕਿ ਅਸੀਂ ਦਿੱਲੀ NCR ਖੇਤਰ ਦੇ ਵਿੱਚ ਨਹੀਂ ਆਉਂਦੇ। CGI ਬੋਲੇ ਤਾਂ ਤੁਹਾਡੇ ਤੇ ਕੁਝ ਵੀ ਲਾਗੂ ਨਹੀਂ ਹੁੰਦਾ। ਤਾਂ ਉੱਥੋਂ ਪੰਜਾਬ ਦਾ ਜਵਾਬ ਆਇਆ, ਅਸੀਂ ਕਾਫੀ ਉਪਾਅ ਕੀਤੇ ਨੇ, ਅਸੀਂ ਕਿਸਾਨਾਂ ਦੀ ਮਸ਼ੀਨਾਂ ਦੇ ਨਾਲ ਮਦਦ ਕਰ ਰਹੇ ਹਾਂ। ਤੇ ਫਿਰ ਉਸ ਤੋਂ ਬਾਅਦ ਜਸਟਿਸ ਸੂਰੇਕਾਂਤ ਨੇ ਕਿਹਾ ਕਿ ਕਿੰਨੀਆਂ ਮਸ਼ੀਨਾਂ ਦਿੱਤੀਆਂ ਗਈਆਂ, ਤੇ ਪੰਜਾਬ ਨੇ ਜਵਾਬ ਦਿੱਤਾ ਅਸੀਂ 76000 ਮਸ਼ੀਨਾਂ ਦਿੱਤੀਆਂ ਨੇ ਕਿਸਾਨਾਂ ਨੂੰ। ਤੇ ਅਦਾਲਤ ਨੇ ਫਿਰ ਸਵਾਲ ਪੁੱਛਿਆ ਕਿ ਮਸ਼ੀਨਾਂ ਦਾ ਖਰਚ ਕੌਣ ਚੁੱਕਦਾ ਹੈ, ਤਾਂ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਕਿ 80% ਕੇਂਦਰ ਅਤੇ 20% ਗ੍ਰਾਮ ਪੰਚਾਇਤ ਦੇ ਵੱਲੋਂ ਇਹ ਖਰਚਾ ਚੁੱਕਿਆ ਜਾਂਦਾ ਹੈ। ਤਾਂ ਬਹੁਤ ਇੰਪੋਰਟੈਂਟ ਹੈ ਕੀ ਕੁਝ ਗੱਲਬਾਤ ਹੋਈ ਹੈ। ਦਰਅਸਲ ਪੰਜਾਬ ਦੇ ਜਿਹੜੇ ਵਕੀਲ ਨੇ ਉਹਨਾਂ ਦੇ ਵੱਲੋਂ ਪੱਖ ਰੱਖਿਆ ਗਿਆ ਪੰਜਾਬ ਦੇ ਮੁੱਦੇ ਉੱਤੇ, ਕਿਉਂਕਿ ਇਹ ਸਾਰੇ ਸਟੇਕ ਹੋਲਡਰਸ ਨੇ ਇਸ ਪੂਰੇ ਮਾਮਲੇ ਦੇ ਵਿੱਚ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਇਹ ਸਾਰੇ ਕਿਸਾਨ ਵੀ। ਤਾਂ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਵਕੀਲ ਦੇ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਅਸੀਂ NCR ਦੇ ਵਿੱਚ ਨਹੀਂ ਆਉਂਦੇ ਤੇ ਅਸੀਂ ਜਿਹੜੀਆਂ ਮਸ਼ੀਨਾਂ ਨੇ ਉਹ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਨੇ। ਸਿੱਧਾ ਰੁਕ ਕਰਦੇ ਹਾਂ ਦਿੱਲੀ ਦਾ। ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ फोन लाइन ਦੇ ਉੱਤੇ ਨੇ सुशील पांडे। सुशील, पहला सवाल, क्या कुछ आज की पूरी सुनवाई का निचोड़ निकाला जाए, क्योंकि तल्ख टिप्पणियां पिछले कुछ दिनों से लगातार हो रही हैं, क्या उनका असर नजर आ रहा है? क्या सुप्रीम कोर्ट ने उस तरफ भी ध्यान दिया? क्योंकि बहुत तल्ख टिप्पणी थी कि आप 5 स्टार होटल में बैठ के किसानों को बता देते हो कि यही जिम्मेवार हैं, कसूरवार है, आप क्यों नहीं पता करते कि जाके कि आखिर किसान क्यों वहां पर पराली को आग लगा रहे हैं? देखिए गौरव, सीधी सी बात है कि जस्टिस सुप्रीम कोर्ट ये बेहतर समझ रहा है, क्योंकि जो चार्ट पेश किया गया है उसमें जो प्रदूषण का स्तर है, उसमें जो पराली एक बड़ी वजह बताई जा रही थी पिछले कई सालों से, इस बार पराली एक प्रमुख वजह नहीं रही। पराली से मात्र 4% जो प्रदूषण है वो फैलता है, जिसकी बात कही गई। हालांकि सुप्रीम कोर्ट के सामने समस्या कई है। सुप्रीम कोर्ट इन तमाम राज्य सरकारों से जो उचित कदम है उसको लेकर बार बार कहीं ना कहीं टिप्पणी करके ये कह रहा है कि तमाम जो राज्य सरकारें हैं वो जरूरी कदम उठाएं, लेकिन राज्य सरकारों की तरफ से जो कदम उठाया जा रहा है वो सिर्फ कागजों पे है। और यही सवाल आज फिर सुप्रीम कोर्ट ने भी किया है, चाहे वो पंजाब सरकार हो, चाहे वो दिल्ली सरकार हो, चाहे वो हरियाणा सरकार हो। सुप्रीम कोर्ट ने दो टूक शब्द ये कहा कि आखिर सरकारें प्रदूषण को लेकर संजीदा कब होंगी। हर साल इस प्रकार की समस्या सामने निकल कर आती है और कहीं ना कहीं सीधे सीधे या तो आरोप किसानों पर डाल दिया जाता है, पराली पर डाल दिया जाता है, लेकिन उसके बावजूद प्रदूषण के जो बड़े स्तर हैं, जिनकी वजह से कहीं ना कहीं दिल्ली NCR में प्रदूषण फैला है, उसके पीछे की वजह कौन लोग हैं, इस पर सरकारें विचार क्यों नहीं करती हैं। हालांकि सुप्रीम कोर्ट ने केंद्र सरकार से, दिल्ली सरकार से, पंजाब सरकार से यह भी कहा कि आखिर किसानों से संपर्क करने के लिए इन राज्य सरकारों का कदम क्या उठाया गया। सरकार की तरफ से कहा गया कि वो फिलहाल NCR के एरिया में नहीं आते हैं, तो इस पर सुप्रीम कोर्ट ने दो टूक भी कहा, तो इसका मतलब आपसे सवाल करना बेकार है। तो इस पर पंजाब सरकार ने कहा नहीं, हमने उपाय कुछ किए हैं। पंजाब सरकार की तरफ से कहा गया कि उनके जो तमाम जो अधिकारी हैं वो किसानों से मिल रहे हैं, जो किसान खेतों में पराली जला रहे हैं उन परालियों पर, उन जलने वाली पराली पर पानी डाला गया। इस पर जस्टिस सूर्यकांत ने सवाल किया कि आपने उस पराली पर पानी तो डाल दिया, लेकिन जो अपशिष्ट है वो आप कहां लेकर गए। इस पर पंजाब सरकार के पास कोई जवाब नहीं था। याचिकाकर्ता की तरफ से विकास सिंह अपीयर हुए थे, उन्होंने कहा कि पंजाब ने खरीफ और रबी की जो फसल है उसका अंतर कम कर दिया है, इससे पराली से निपटने की जो परंपरागत उपाय है वो भी बंद हो गए, क्योंकि उनमें समय लगता है। इस दौरान जो पराली जलाने का योगदान है वो 50% के आसपास आ जाता है, जिससे कहीं ना कहीं दिल्ली जो है वो गैस के चैम्बर में परिवर्तित हो जाती है। तो कहीं ना कहीं जो सुनवाई हो रही है उस सुनवाई के दौरान सुप्रीम कोर्ट तमाम राज्य सरकारों से तुरंत कदम उठाने की बात कर रहा है, लेकिन राज्य सरकारें एक दूसरे पर आरोप और प्रत्यारोप कहीं ना कहीं करने पर लगी हुई हैं। और इसीलिए सुप्रीम कोर्ट तमाम राज्य सरकारों से बार बार ये कह रहा है कि अगर प्रदूषण के खिलाफ उनको लड़ाई जीतनी है तो तमाम सरकारों को एकजुट होकर आगे आना होगा और तमाम जो परंपरागत नियम हैं, जो तुरंत नियम उठाए जाने चाहिए वो उठाया जाएगा। केंद्र सरकार की तरफ से कहा गया है कि जो पावर प्लांट है, यानी कि जो गैस पावर प्लांट है, उनको कहीं ना कहीं बंद करना बेहद आवश्यक है।
और बंद ना करना हो तो वहां पर नेचुरल गैस से उसको जलाया जाना चाहिए। तो इन तमाम पहलुओं पर विचार किया जाना बेहद जरूरी है। खैर, सुनवाई चल रही है, देखना बेहद अहम होगा कि और क्या चीजें सामने निकल कर आती हैं। ठीक है सुशील, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤਾਂ ਸੁਪਰੀਮ ਕੋਰਟ ਦੇ ਵੱਲੋਂ ਤਲਕ ਟਿੱਪਣੀਆਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ ਤੇ ਸੁਪਰੀਮ ਕੋਰਟ ਸਵਾਲ ਕਰ ਰਿਹਾ ਸਰਕਾਰਾਂ ਨੂੰ, ਪੰਜਾਬ ਸਰਕਾਰ ਨੂੰ, ਹਰਿਆਣਾ ਸਰਕਾਰ ਨੂੰ, ਕੇਂਦਰ ਸਰਕਾਰ ਨੂੰ, ਦਿੱਲੀ ਸਰਕਾਰ ਨੂੰ ਕਿ ਤੁਸੀਂ ਕੀਤਾ ਕੀ। ਹਰ ਸਾਲ ਆ ਕੇ ਅਕਤੂਬਰ ਨਵੰਬਰ ਦੇ ਵਿੱਚ ਸੁਪਰੀਮ ਕੋਰਟ ਮਾਮਲਾ ਪਹੁੰਚ ਜਾਂਦਾ ਹੈ, ਸੁਣਵਾਈਆਂ ਹੁੰਦੀਆਂ ਨੇ। ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਹਵਾਲਾ ਬਹੁਤ ਸਾਰੇ ਕਾਰਨਾਂ ਨੂੰ ਦੱਸ ਦਿੱਤਾ ਜਾਂਦਾ ਹੈ। ਉਸ ਦੇ ਵਿੱਚ ਜ਼ਿਕਰ ਹੁੰਦਾ ਹੈ ਕਿ ਪਰਾਲੀ ਸਾੜਤੀ ਕਿਸਾਨਾਂ ਨੇ, ਇਸ ਕਰਕੇ ਦੇਖੋ ਹੋ ਗਿਆ। ਤੇ ਖਾਸ ਤੌਰ ਤੇ ਦੀਵਾਲੀ ਤੋਂ ਬਾਅਦ ਦੇ ਜਿਹੜੇ ਦਿਨ ਹੁੰਦੇ ਨੇ ਉਹ ਦਿਨਾਂ ਦੇ ਵਿੱਚ ਤਾਂ ਦਿੱਲੀ ਦੇ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਬਹੁਤ ਹੁੰਦੀ ਹੈ। ਦੋ ਪੁਆਇੰਟ ਨੇ ਇੱਥੇ। ਪਹਿਲਾ ਕਿ ਦਿੱਲੀ ਦੇ ਵਿੱਚ ਲੋਕਾਂ ਨੂੰ ਦਿੱਕਤ ਹੋ ਰਹੀ ਹੈ ਪ੍ਰਦੂਸ਼ਣ ਦੀ ਵਜ੍ਹਾ ਦੇ ਨਾਲ, ਇਸ 'ਚ ਕੋਈ ਦੋ ਰਾਏ ਨਹੀਂ ਹੈ। ਔਰ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਜਿਹੜੇ ਦਿੱਲੀ ਦੇ ਵਿੱਚ ਰਹਿੰਦੇ ਨੇ ਜਾਂ ਦਿੱਲੀ 'ਚ ਜਿਨ੍ਹਾਂ ਦੇ ਰਿਸ਼ਤੇਦਾਰ ਵੀ ਰਹਿੰਦੇ ਨੇ, ਉਹ ਵੀ ਬਾਖੂਬੀ ਇਸ ਚੀਜ਼ ਨੂੰ ਬਿਆਨ ਕਰ ਸਕਦੇ ਨੇ ਕਿ ਆਖਿਰ ਉੱਥੇ ਦੀ ਆਬੋ ਹਵਾ ਕਿਵੇਂ ਦੀ ਇਹਨਾਂ ਦਿਨਾਂ ਦੇ ਵਿੱਚ ਹੋ ਜਾਂਦੀ ਹੈ। ਪੁਆਇੰਟ ਨੰਬਰ 2, ਪਰਾਲੀ ਸਾੜੀ ਜਾਂਦੀ ਹੈ। ਇਸ ਨੂੰ ਵੀ ਕੋਈ ਝੁਠਲਾ ਨਹੀਂ ਸਕਦਾ, ਚਾਹੇ ਪੰਜਾਬ ਹੋਵੇ, ਚਾਹੇ ਹਰਿਆਣਾ ਹੋਵੇ ਜਾਂ ਫਿਰ ਯੂਪੀ ਦੇ ਕੁਝ ਹਿੱਸੇ ਹੋਣ। ਪਰ ਸਵਾਲ ਇਹੀ ਹੈ ਕਿ ਜੇਕਰ ਪ੍ਰਦੂਸ਼ਣ ਹੋ ਰਿਹਾ ਹੈ ਦਿੱਲੀ 'ਚ, ਲੋਕਾਂ ਨੂੰ ਦਿੱਕਤ ਹੋ ਰਹੀ ਹੈ ਤਾਂ ਕੀ ਸਿਰਫ ਉਹ ਪਰਾਲੀ ਦੀ ਵਜ੍ਹਾ ਨਾਲ ਹੋ ਰਹੀ ਹੈ? ਕਿਉਂਕਿ ਇਸ ਦੇ ਵਿੱਚ ਇੱਕ ਐਗਜ਼ਾਮਪਲ ਇਹ ਵੀ ਦਿੱਤੀ ਜਾਂਦੀ ਹੈ ਕਿ ਜੇ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਇੰਡਸਟਰੀ ਹੈ ਜਾਂ ਫਿਰ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਫਿਕ ਹੈ, ਇਸ ਕਰਕੇ ਪ੍ਰਦੂਸ਼ਣ ਹੁੰਦਾ ਹੈ, ਤਾਂ ਇਸ ਨੂੰ ਦਿੱਲੀ ਦੇ ਨੁਮਾਇੰਦੇ ਕੰਪੇਅਰ ਕਰਦੇ ਨੇ ਮੁੰਬਈ ਦੇ ਨਾਲ ਕਿ ਮੁੰਬਈ ਦੇ ਵਿੱਚ ਦੇਖੋ ਜੀ ਤੁਸੀਂ, ਮੁੰਬਈ ਦੇ ਵਿੱਚ ਵੀ ਤਾਂ ਇੰਨਾ ਪ੍ਰਦੂਸ਼ਣ ਹੁੰਦਾ ਹੈ, ਮੁੰਬਈ ਦੇ ਵਿੱਚ ਵੀ ਇਸ ਤਰੀਕੇ ਨਾਲ ਹੀ ਗੱਡੀਆਂ ਨੇ, ਇਸ ਤਰੀਕੇ ਨਾਲ ਹੀ ਸਭ ਕੁਝ ਜਿਹੜਾ ਟ੍ਰੈਫਿਕ ਹੈ, ਇਸ ਤਰੀਕੇ ਦੇ ਨਾਲ ਹੀ ਇੰਡਸਟਰੀ ਹੈ। ਤੇ ਦਿੱਲੀ ਤੇ ਮੁੰਬਈ ਦੇ ਵਿੱਚ ਬਹੁਤ ਜ਼ਿਆਦਾ ਫਰਕ ਕਿਉਂ ਹੈ? ਉੱਥੇ ਇੰਨਾ ਜ਼ਿਆਦਾ ਪ੍ਰਦੂਸ਼ਣ ਘੱਟ ਕਿਉਂ ਹੁੰਦਾ, ਇੱਥੇ ਜ਼ਿਆਦਾ ਕਿਉਂ ਹੁੰਦਾ? ਬਹੁਤ ਸਾਰੇ ਫੈਕਟਰਸ ਹੈਗੇ ਨੇ ਜਿਹੜੇ ਜਾਣਕਾਰ ਦੱਸਦੇ ਨੇ ਕਿ ਦਿੱਲੀ ਦਾ ਆਪਣਾ ਇੱਕ ਕਲਾਈਮੇਟ ਹੈ, ਯਾਨੀ ਆਪਣਾ ਇੱਕ ਵਾਤਾਵਰਣ ਹੈ, ਮੌਸਮ ਹੈ, ਤੇ ਉਸ ਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਉਹ ਸਾਰੀਆਂ ਚੀਜ਼ਾਂ ਕਲੱਬ ਹੋ ਕੇ, ਉਹ ਚਾਹੇ ਦਿੱਲੀ ਦਾ ਟਰਾਂਸਪੋਰਟ ਦਾ ਪ੍ਰਦੂਸ਼ਣ ਹੋਵੇ, ਉਹ ਚਾਹੇ ਦਿੱਲੀ ਦਾ ਇੰਡਸਟਰੀ ਦਾ ਪ੍ਰਦੂਸ਼ਣ ਹੋਵੇ, ਏਸੀਆਂ ਤੋਂ ਨਿਕਲਣ ਵਾਲਾ ਪ੍ਰਦੂਸ਼ਣ ਹੋਵੇ, ਘਰਾਂ ਤੋਂ ਨਿਕਲਣ ਵਾਲਾ ਪ੍ਰਦੂਸ਼ਣ ਹੋਵੇ, ਕੂੜਾ ਸਾੜਨ ਦੀ ਵਜ੍ਹਾ ਨਾਲ ਹੋਣ ਵਾਲਾ ਪ੍ਰਦੂਸ਼ਣ ਹੋਵੇ, ਜਾਂ ਫਿਰ ਜਿਹੜੇ ਉਸਾਰੀ ਦੇ ਕੰਮ ਨੇ ਉਹਨਾਂ ਦੀ ਵਜ੍ਹਾ ਨਾਲ ਹੋ ਰਿਹਾ ਪ੍ਰਦੂਸ਼ਣ ਹੋਵੇ, ਜਾਂ ਕੋਈ ਵੀ ਪ੍ਰਦੂਸ਼ਣ ਹੋਵੇ, ਤੇ ਦੂਜੇ ਪਾਸੇ ਪਰਾਲੀ ਵੀ। ਤਾਂ ਇਹ ਸਾਰੀਆਂ ਚੀਜ਼ਾਂ ਕਲੱਬ ਹੋ ਕੇ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਕਰ ਦਿੰਦੀਆਂ, ਖਾਸ ਤੌਰ ਤੇ ਪਿਛਲੇ 5 6 7 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਨਜ਼ਰ ਆਇਆ ਹੈ। ਤੇ ਪੁਆਇੰਟ ਨੰਬਰ 2, ਹੁਣ ਜੇ ਪਰਾਲੀ ਵਾਲੇ ਪਾਸੇ ਆਈਏ, ਪਰਾਲੀ ਸਾੜੀ ਜਾ ਰਹੀ ਹੈ ਕਿ ਬਾਕੀ ਪਰਾਲੀ ਸਾੜ ਕੇ ਪੂਰਾ ਦਾ ਪੂਰਾ ਧੂਆਂ ਚਲਿਆ ਜਾਂਦਾ ਦਿੱਲੀ। ਇਹ ਵੀ ਬਹੁਤ ਕਈ ਵਾਰ ਹੈਰਾਨ ਕਰਨ ਵਾਲਾ ਲੋਕਾਂ ਦੇ ਲਈ ਪੂਰਾ ਮਾਮਲਾ ਜ਼ਰੂਰ ਹੁੰਦਾ ਹੈ ਕਿ ਪਰਾਲੀ ਦਾ ਧੂਆਂ ਪੰਜਾਬ ਤੋਂ ਤੁਰਿਆ ਤੇ ਫਿਰ ਹਰਿਆਣਾ ਹੁੰਦਾ ਹੋਇਆ ਦਿੱਲੀ ਐਂਟਰ ਕਰ ਗਿਆ, ਫਿਰ ਉੱਥੋਂ ਨਿਕਲਿਆ ਨਹੀਂ, ਅੱਗੇ ਨਹੀਂ ਗਿਆ, ਬਸ ਉੱਥੇ ਹੀ ਰੁਕ ਗਿਆ। ਖੈਰ ਅਲੱਗ-ਅਲੱਗ ਕਾਰਨ ਨੇ। ਜਾਣਕਾਰ ਇਹ ਵੀ ਕਹਿੰਦੇ ਨੇ ਕਿ ਜਿੱਥੇ ਬਹੁਤ ਸੰਘਣੀ ਆਬਾਦੀ ਹੋਏਗੀ, ਬਿਲਡਿੰਗਸ ਹੋਣਗੀਆਂ, ਫਿਰ ਉੱਥੋਂ ਇਹ ਪੂਰਾ ਸਾਫ਼ ਹੋਣ ਨੂੰ ਟਾਈਮ ਲੱਗਦਾ ਹੈ। ਮੈਂ ਪੰਜਾਬ ਦੇ ਨਾਲ ਆਪਾਂ ਕੰਪੇਅਰ ਕਰੀਏ ਤਾਂ ਪੰਜਾਬ 'ਚ ਬਹੁਤ ਸਾਰੇ ਖੇਤ ਨੇ, ਇੱਕ ਸ਼ਹਿਰ ਦੇ ਵਿੱਚੋਂ ਨਿਕਲਿਆ ਤਾਂ ਫਿਰ ਖੁੱਲੇ ਖੇਤ ਆ ਜਾਂਦੇ ਨੇ, ਇਸ ਕਰਕੇ ਥੋੜਾ ਜਿਹਾ ਧੂਆਂ ਜਿਹੜਾ ਜਾਂ ਫਿਰ ਕਹੀਏ ਕਿ ਪੂਰਾ ਪੋਲਿਊਸ਼ਨ ਹੈ ਮੂਵ ਹੁੰਦਾ ਰਹਿੰਦਾ। ਇਸ ਤਰੀਕੇ ਨਾਲ ਜਿਹੜੇ ਸ਼ਹਿਰ ਨੇ ਉੱਥੇ ਥੋੜੀ ਦਿੱਕਤ ਘੱਟ ਹੁੰਦੀ ਹੈ। ਪਰ ਦੂਜਾ ਪੁਆਇੰਟ ਇਹ ਵੀ ਹੈ ਕਿ ਜੇ ਪਰਾਲੀ ਦੀ ਵਜ੍ਹਾ ਨਾਲ ਦਿੱਕਤ ਹੋ ਰਹੀ ਹੈ ਤਾਂ ਫਿਰ ਕਸੂਰ ਕਿਸ ਦਾ? ਕਿ ਸਿਰਫ ਕਿਸਾਨਾਂ ਦਾ? ਕਿਉਂਕਿ ਉਹ ਤਾਂ ਖੁਦ ਉੱਥੇ ਪਰਾਲੀ ਨੂੰ ਅੱਗ ਲਗਾਉਂਦੇ ਨੇ ਤੇ ਉਹਨਾਂ ਨੂੰ ਖੁਦ ਧੂਆਂ ਚੜ੍ਹਦਾ, ਉਹਨਾਂ ਦੇ ਬੱਚਿਆਂ ਨੂੰ, ਪਰਿਵਾਰਾਂ ਨੂੰ ਦਿੱਕਤਾਂ ਹੁੰਦੀਆਂ ਨੇ, ਤਾਂ ਉਹ ਚਾਹੁੰਦੇ ਨੇ ਕਿ ਕੋਈ ਨਾ ਕੋਈ ਹੱਲ ਕੱਢ ਲਿਆ ਜਾਵੇ, ਸਾਨੂੰ ਵੀ ਦਿਓ ਕੋਈ ਮਸ਼ੀਨਾਂ, ਅਸੀਂ ਨਾ ਸਾੜੀਏ ਪਰਾਲੀ।